अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਭਰਾਓ, ਜਿਸ ਤਰੀਕੇ ਲਮਾ ਬਲਮਾ ਸੈਲਾਬ ਦੀ ਸੂਰਤ ਹਾਲ ਬਦਲਦੀ ਹੋਈ ਤੇ ਸੈਲਾਬ ਦੇ ਵਿੱਚ ਮੁਸਲਸਲ ਇਜ਼ਾਫਾ ਹੁੰਦਾ ਪਿਆ ਹੈ ਤੇ ਹਰ ਘੰਟੇ ਦੇ ਬਾਅਦ ਜਿਹੜੀ ਰਿਪੋਰਟ ਆਉਂਦੀ ਵੀ ਹੈਡ ਗੰਡਾ ਸਿੰਘ ਦੀ ਉਹ ਮੇਰੇ ਕੋਲ ਮੌਜੂਦ ਹੈ ਤੇ ਹੈਡ ਸੁਲੇਮਾਨ ਕੀ ਦੀ ਵੀ ਤੇ ਇਹ ਸੁਣ ਲਓ ਗੌਰ ਨਾਲ। ਤੇ ਫਿਰ ਬਾਕੀ ਤੁਹਾਨੂੰ ਮੈਂ ਬੰਦ ਦੀ ਸੂਰਤ ਹਾਲ ਵਿਖਾਣਾ ਜਿਹੜੀ ਕੱਲ ਵਿਖਾਈ ਸੀ ਤੇ ਮਹਿਕਮਾ ਥੋੜਾ ਜਿਹਾ ਐਕਟੀਵੇਟ ਹੋ ਗਿਆ ਜੀ। ਤੇ ਕਿਸਾਨ ਵੀਰ ਭਰਾਓ, ਹੈਡ ਗੰਡਾ ਸਿੰਘ ਦੇ ਮੁਕਾਮ ਤੇ 2 ਵਜੇ ਤਕਰੀਬਨ 22.40 ਫੁੱਟ ਦੇ ਗੇਜ ਹੈਗੀ ਸੀ ਤੇ ਪਾਣੀ ਦਾ ਖਰਾਜ ਹੈਗਾ ਸੀ 2,16,449 ਕਿਊਸਕ ਤੇ 3 ਵਜੇ ਦੀ ਜਿਹੜੀ ਗੇਜ ਹੈ 22.50 ਫੁੱਟ ਤੇ ਆ ਗਈ ਤੇ ਪਾਣੀ ਦਾ ਖਰਾਜ ਹੋ ਗਿਆ 2,22,955 ਕਿਊਸਕ। ਉਸ ਤੋਂ ਬਾਅਦ 4 ਵਜੇ ਗੰਡਾ ਸਿੰਘ ਦੇ ਮੁਕਾਮ ਤੇ 22.90 ਫੁੱਟ ਤੇ ਗੇਜ ਆ ਗਈ ਜੇ ਤੇ ਪਾਣੀ ਦਾ ਖਰਾਜ ਹੋ ਗਿਆ ਜੇ 2,53,068 ਕਿਊਸਕ ਤੇ ਜਿਹੜਾ ਬਾਵਲ ਨਗਰ ਦਾ ਡੀਸੀ ਹੈ ਡਿਪਟੀ ਕਮਿਸ਼ਨਰ ਉਹਨੇ ਵੀ ਐਲਾਨ ਕਰਵਾ ਦਿੱਤੇ ਨੇ ਵੀ ਹੈਡ ਸੁਲੇਮਾਨ ਕੀ ਤੂੰ ਕਿਸੇ ਵਕਤ ਵੀ 2.5 ਲੱਖ ਦਾ ਰੇਲਾ ਗੁਜ਼ਰ ਸਕਦਾ ਹੈ ਤੇ ਬਾਵਲ ਨਗਰ ਦੇ ਏਰੀਆ ਵਾਲੇ ਜਿਹੜੇ ਦੋਸਤ ਹੈਗੇ ਨੇ ਦਰਿਆ ਦੇ ਕੰਢੇ ਤੇ ਜਿੱਥੇ ਉਹਨਾਂ ਨੂੰ ਖਤਰਾ ਹੈ ਉਹ ਆਪਣੇ ਦਿਹਾਤ ਖਾਲੀ ਕਰਕੇ ਕਿਸੇ ਮਹਿਫੂਜ਼ ਮਕਾਮਾਤ ਵਾਲੀ ਸਾਈਡ ਤੇ ਚਲੇ ਜਾਵਣ। ਤੇ ਕਿਸਾਨ ਵੀਰ ਭਰਾਓ, ਲਮਾ ਬਲਮਾ ਪਾਣੀ ਦੇ ਵਿੱਚ ਇਜ਼ਾਫਾ ਹੁੰਦਾ ਜਾਂਦਾ ਪਿਆ ਤੇ ਇਹ ਸਾਡੇ ਵਾਸਤੇ ਬੜੀ ਖਤਰੇ ਵਾਲੀ ਗੱਲ ਹੈ। ਤੇ ਕੱਲ ਇਸੇ ਬੰਨ ਤੇ ਮੈਂ ਵੀਡੀਓ ਬਣਾਈ ਸੀ 1988 ਦੇ ਵਿੱਚ ਇਹ ਬੰਨ ਟੁੱਟ ਗਿਆ ਸੀ, ਇਹ ਤੋਂ ਰੌਣ ਪਈ ਸੀ ਤੇ ਰੌਣ ਵੱਜੀ ਨਹੀਂ ਸੀ ਤੇ ਹੁਣ ਵੀ ਇਹ ਜਿਹੜਾ ਬੰਨ ਹੈ ਇਹ ਨਾਕਸ ਹਾਲਤ ਵਿੱਚ ਹੈ, ਨਾ ਕਿ ਕੋਈ ਤਕੜਾ ਹੈਗਾ ਤੇ ਅੱਜ ਮਾਸ਼ਾਅੱਲਾ ਸਾਨੂੰ ਕੋਈ ਇੰਤਜ਼ਾਮੀਆ ਦੀ ਕ੍ਰੇਨ ਵੀ ਨਜ਼ਰ ਆ ਗਈ ਹੈ ਤੇ ਉਹਨਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਕੰਮ ਕਰਦੇ ਪਏ ਨੇ। ਹੋ ਸਕਦਾ ਵੀ ਇਸ ਨੂੰ ਕੰਟਰੋਲ ਕਰ ਲਵਣ, ਲੇਕਿਨ ਜਿਹੜਾ ਪਾਣੀ ਹਿੰਦੁਸਤਾਨ ਵੱਲੋਂ ਆ ਰਿਹਾ ਹਰੀਕੇ ਹੈਡ ਤੋਂ ਇਹ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣਾ ਹੈ ਵੀ 3.5 ਲੱਖ ਜਿਹੜਾ ਨਾ ਕਿਊਸਕ ਤੋਂ ਪਾਣੀ ਗੁਜ਼ਰਦਾ ਪਿਆ ਹੈ ਕਿਉਂਕਿ ਹਰੀਕਾ ਹੈਡ ਜਿਹੜਾ ਮੁਕੰਮਲ ਫੁੱਲ ਉਹਦੇ ਗੇਟ ਓਪਨ ਹੈਗੇ ਨੇ ਤੇ ਬਿਲਕੁਲ ਦਰਿਆ ਦੀ ਜਿਹੜੀ ਉੱਪਰ ਉਹਦੀ ਛੱਤ ਹੈਗੀ ਉਹਨਾਂ ਤੱਕ ਪਾਣੀ ਟੱਚ ਕਰਦਾ ਪਿਆ ਤੇ ਸਾਡੇ ਵਾਸਤੇ ਬੜੀ ਖਤਰੇ ਦੀ ਘੜੀ ਹੈ ਤੇ ਘੰਟੀ ਵੱਜਦੀ ਪਈ ਹੈ ਤੇ ਸਾਨੂੰ ਚਾਹੀਦਾ ਬਈ ਅਸੀਂ ਜਿੰਨੇ ਵੀ ਦੋਸਤ ਦਰਿਆ ਦੇ ਪੇਟ 'ਚ ਹੈਗੇ ਆ ਉਹ ਨਿਕਲ ਕੇ ਮਹਿਫੂਜ਼ ਮਕਾਮਾਤ ਵਾਲੀ ਸਾਈਡ ਤੇ ਆ ਜਾਵਣ ਤੇ ਤੁਹਾਡੇ ਵਾਸਤੇ ਬਈ ਫਾਇਦਾ ਹੋਵੇਗਾ। ਤੇ ਆਓ ਹੁਣ ਤੁਹਾਨੂੰ ਬੰਦ ਦੀ ਸੂਰਤ ਹਾਲ ਵਿਖਾਈਏ ਤੇ ਜਿਹੜਾ ਕੰਮ ਹੁੰਦਾ ਪਿਆ ਉਹ ਵੀ ਵਿਖਾਈਏ। ਇੱਕ ਵਾਰੀ ਫਿਰ ਤੁਹਾਨੂੰ ਵਿਖਾਣੇ ਜੀ। ਐਡਾ ਕੋ ਦਿਫਾ ਨਹੀਂ ਕਰ। 1 ਮਿੰਟ ਜੀ, ਆਓ ਜੀ ਥੱਲੇ ਵਾਲੇ ਪਾਸੇ ਤੇ ਆ ਅਸੀਂ ਆ ਗਏ ਥੱਲੇ ਵਾਲੀ ਸਾਈਡ ਤੇ ਜਿਸ ਤਰੀਕੇ ਕ੍ਰੇਨ ਐਕਟੀਵੇਟ ਹੋਈ ਹੈ ਮਹਿਕਮਾ ਐਕਟਿਵ ਹੋ ਗਿਆ ਲੇਕਿਨ ਅੱਗੇ ਥੱਲੇ ਆਓ ਜੀ। ਇੱਥੋਂ ਦੇ ਜਿਹੜੇ ਮਕਾਮੀ ਲੋਕ ਹੈਗੇ ਨੇ ਸਾਡੇ ਨਾਲ ਹੈਗੇ ਨੇ ਤੇ ਮਕਾਮੀ ਲੋਕ ਦੱਸਦੇ ਨੇ ਜੀ। ਦੇਖੋ ਨਾ ਜੀ ਵੇਖਨੇ 1 ਮਿੰਟ ਜੀ ਬਾਰੀ ਨਾ ਜੀ ਭਾਈ ਜੀ। ਇਹ ਭਾਈਜਾਨ ਨਾ ਇਹ ਜਿਹੜੀ ਰੌਣ ਹੈ ਨਾ ਭਾਈਜਾਨ ਤੋਂ ਪਾਣੀ ਨਿਕਲੇ ਕਵਰ ਹੋ ਨਹੀਂ ਸਕਦੀ। ਭਾਈਜਾਨ ਇਹਦਾ ਇਤਿਆਤ ਹੋਇਆ ਤੇ ਫਿਰ ਹੀ ਭਾਈਜਾਨ ਬੱਚੇ ਦੋ ਸਕਦੇ ਵਰਨਾ ਕੋਈ ਨਹੀਂ ਹੋ ਸਕਦਾ। ਇੱਧਰ ਤਾਂ ਵੇਖੋ ਸੁਰੰਗ ਬਣੀ ਪਈ ਜਿਹੜਾ ਨਾ ਸੁਰੰਗਾ ਵੇਖੋ ਇਹ ਉੱਤੇ ਪੱਥਰ ਪਿਆ ਹੈ ਏੜ ਪੱਥਰ ਹਟਾਇਆ ਏੜ ਕੋਈ ਚੀਜ਼ ਭਾਈਜਾਨ ਕੈਮਰਾ ਤੁਸੀਂ ਅੱਗੇ ਲਾ ਮੈਂ ਤਾਂ ਦਿਖਾਣਾ ਜੀ ਜੀ। ਇਹ ਦੇਖੋ ਭਾਈਜਾਨ ਇਹ ਜਿਹੜੀ ਰੌਣ ਹੈਗੀ ਹੈ ਇਹ ਕਿਸ ਤਰ੍ਹਾਂ ਕਵਰ ਹੋ ਸਕਦੀ ਹੈ। ਇਹਦੇ ਕੋਈ ਭਾਈਜਾਨ ਕੋਈ ਮਾਲ ਪੈਗਾ ਫਿਰ ਹੀ ਭਾਈ ਕਵਰ ਹੋ ਸਕਦਾ ਵਰਨਾ ਕੋਈ ਰੁਕ ਨਹੀਂ। ਇਹ ਵੇਖ ਭਾਈ ਥੱਲੇ ਸਾਰੀ ਖਾਲੀ ਹੈ ਥੱਲੇ ਚੀਜ਼। ਅੱਛਾ ਸਾਰੇ ਇਹ ਦੋਸਤ ਮਿਆਂ ਜੀ ਵੇਖੋ ਨਾ ਇਹਨਾਂ ਦਾ ਇੱਕ ਠੱਸਾ ਵੀ ਨਹੀਂ ਚੱਲਣਾ। ਮੈਂ ਥੋੜੇ ਜਿਹੀ ਉਤਲੀ ਸਾਈਡ ਤੇ ਆਣਾ ਤੇ ਦੋਸਤਾਂ ਦਾ ਮੌਕਫ ਲੈਣਾ ਵੀ ਦੋਸਤ ਕੀ ਕਹਿੰਦੇ ਨੇ ਇੱਥੋਂ ਦੇ ਮਕਾਮੀ ਲੋਕ। ਹਾਂਜੀ ਤੁਹਾਡਾ ਕੀ ਕਹਿਣਾ ਸਰ? ਜੀ ਬੰਦੋਬਸਤ ਕੀਤਾ ਜਾਵੇ ਅੱਛੀ ਤਰ੍ਹਾਂ ਬੇਹਤਰੀਨ। ਬਹੁਤ ਖੁੱਡਾ ਲੰਮੀਆਂ ਚੌੜੀਆਂ ਹੈਗੀਆਂ ਨੇ, ਇਹ ਪੱਥਰ ਹਟਾਇਆ ਜਾ ਉੱਤੇ ਮਿੱਟੀ ਪਈ ਜਾਏ। ਮਿਆਂ ਜੀ ਅਗਰ ਇਹ ਨਹੀਂ ਨਾ ਹੁੰਦਾ ਨਿਰਾ ਇਹ ਹੀ ਨਹੀਂ ਆ ਅਗਲੀ ਆਬਾਦੀਆਂ ਵੇਖ ਲੈ, ਪਿੰਡ ਵੇਖ ਲੇਗਾ, ਹਵੇਲੀ ਸ਼ਹਿਰ ਵੇਖ ਲੈ, ਤਬਾਹੀਆਂ ਦੇ ਤਬਾਹੀਆਂ ਲੈ ਜਾਣਾ 88 ਤਰ੍ਹਾਂ। ਅਗਰ ਅੱਲਾਹ ਤਾਲਾ ਕਿਸੇ ਨੂੰ ਮਦਦ ਤੌਫੀਕ ਦੇਦਾ ਜਾਂ ਮਹਿਕਮਾ ਕਿਵੇਂ ਕਰੇਨ ਲਿਆਂਦੀ ਗਾ ਇਹਦੇ ਉੱਤੇ ਮਿੱਟੀ ਸੱਟੀ ਜਾਵੇ। ਤੇ ਜੇ ਇੰਨਾ ਟਾਈਮ ਹੀ ਨਹੀਂ ਹੈਗਾ ਪੱਥਰ ਨੂੰ ਸਾਈਡ ਤੇ ਕਰਨ ਤੇ ਮਿੱਟੀ ਹਾਂ ਹੁਣ ਬੰਦਿਆਂ ਦਾ ਪੱਥਰ ਨਹੀਂ ਹਟ ਸਕਦਾ। ਅੱਛਾ ਜੇ ਬੰਦਿਆਂ ਦਾ ਪੱਥਰ ਨਹੀਂ ਹਟ ਸਕਦਾ ਵੀ ਇੱਕ ਰੋੜਾ ਜਾਏ 2 ਬੰਦਾ ਕੀ ਕਰ ਸਕਦਾ? ਆ ਪਿਛਲੇ ਦਿਨ ਮਹਿਕਮਾ ਇਤਿਹਾਦ ਕੈਂਪ ਤੇ ਲਾਈ ਆ ਰੱਖਿਆ ਕੈਂਪ ਲੱਗਾ ਹੈ ਲੇਕਿਨ ਉਹ ਬੈਠਿਆ ਜਿਵੇਂ ਬੰਦਾ ਕੋਈ ਗਾਰਡ ਨਹੀਂ ਬੈਠਾ ਹੁੰਦਾ ਉਹ ਗਾਰਡ ਬੈਠਾ ਉਹਨਾਂ ਦਾ। ਸਿਰਫ ਅਸੀਂ ਮਿਆਂ ਇੱਥੇ ਬੈਠੇ ਸਾਨੂੰ ਕੰਮ ਕੋਈ ਨਹੀਂ ਕੀਤਾ ਕੰਮ ਕਿਆ ਅੱਜ ਵੇਖ ਲੈ ਉਹਦੇ ਪਿੱਛੇ ਕੋਈ ਟੱਪਾ ਹੀ ਰੱਖਾ ਹੋਵੇ ਕਿਸੇ। ਦੇਖੋ ਨਾ ਭਾਈਜਾਨ ਬਾਹਰ ਦੀ ਬੜੀ ਸੂਰਤ ਦਾ ਖਤਰਾ ਹੈ। ਦੇਖੋ ਕਿ ਗੌਰ ਤੇ ਦਿਖਾਉਣਾ ਹੈ ਕੈਮਰਾ ਲਗਾਉਣਾ ਤਾਂ ਇਹਦੇ ਵਿੱਚ ਥੋੜੇ ਬੰਦੇ ਵੀ ਲੱਗਦੇ ਨੇ। ਇਹ ਦੇਖੋ ਭਾਈਜਾਨ ਪਾਣੀ ਰੋਕ ਨਹੀਂ ਸਕਦਾ। ਇਹ ਦੇਖੋ ਜੀ ਅੰਦਰ ਪਾਣੀ ਰੋਕ ਨਹੀਂ ਸਕਦਾ। ਹੁਕੂਮਤ ਕੋਈ ਨਹੀਂ ਸ਼ੁੰਦੇ ਤੇ ਲੈ ਰਹੀ ਭਾਈਜਾਨ। ਦੇਖੋ ਨਾ ਕ੍ਰੇਨ ਸਾਨੂੰ ਨਿਗੇ ਆਂਦੀ ਪਈ ਹੋਰ ਤਾਂ ਕੁਝ ਕ੍ਰੇਨ ਨਹੀਂ ਉੱਥੇ ਜਾਂ ਕੁਝ ਹਮਲਾ ਨਜ਼ਰ ਆ ਰਿਹਾ ਹੈ। ਅਸੀਂ ਕੋਈ ਹੁਕੂਮਤ ਦੀ ਮੁਖਾਲਫਤ ਨਹੀਂ ਕਰ ਰਹੇ, ਅਸੀਂ ਕੋਈ ਹੁਕੂਮਤ ਦੀ ਮੁਖਾਲਫਤ ਨਹੀਂ ਲਾਉਂਦਾ। ਇਹ ਹੈ ਵੀ ਦਿਫਾ ਕਰਨ ਜਿਸ ਤਰ੍ਹਾਂ ਅੱਲਾਹ ਤਾਲਾ ਉਹਨਾਂ ਨੂੰ ਮਦਦ ਤੌਫੀਕ ਦਿੱਤੀ ਇੱਥੇ ਕੋਈ ਹੋਰ ਚੀਜ਼ਾਂ ਭੇਜਣ। ਇਹਦੇ ਵਿੱਚ ਹਰ ਸ਼ੈ ਉਂਝ ਲੱਗ ਜਾਂਦੀ ਉਹ ਜਿੱਥੇ ਆਉਂਦਾ ਵੇ ਨਾ ਲੱਗਾ ਤੇ ਮੈਂ ਕਹਾਂ ਲੱਗਾ ਜਾਂਦੀ। ਬੰਨ ਚੜਨ ਦੀ ਵੱਖਰੀ ਗੱਲ ਹੈ, ਭਾਵੇਂ ਤਾਂ ਲੱਖ ਆ ਜਾਵੇ ਤੇ ਭਾਵੇਂ ਕਿੰਨਾ ਆ ਜਾਵੇ। ਹਾਂਜੀ ਇਹ ਤੇ ਮੌਲਵੀ ਸਾਹਿਬ ਆ ਗਏ ਨੇ ਜੀ। ਭਾਈਜਾਨ ਕਿੱਥੇ ਪਾਣੀ ਪਹੁੰਚਿਆ? अस्सलाम वालेकुम जी वालेकुम सलाम।
ਇਹ ਜੀ ਪਾਣੀ ਪੌਣੇ 1 ਵਜੇ ਮੈਂ ਹੈਗਾ ਤੇ ਨਸੀਰ ਖੈਰਵੇ ਦੀ ਢਾਰੀ ਕ੍ਰਾਸ ਕਰਦਾ ਪਿਆ। ਉਸ ਤੋਂ ਬਾਅਦ ਆ ਹੁਣ ਮੈਂ ਗਿਆ ਤੇ 3 ਕਿਲੋਮੀਟਰ ਅਗਾ ਆ ਨਾਸਰ ਅਮੀਨ ਨੂਰੁਲ ਅਮੀਨ ਦੀ ਜ਼ਮੀਨ ਪੱਕੀ ਕਿਹੜੀ ਉਹ ਹੁਣ ਪਾਣੀ ਕ੍ਰਾਸ ਕਰਦਾ ਤੇ ਪਿਆ। ਤੁਹਾਡੇ ਅੰਦਾਜ਼ੇ ਨਾਲ ਇੱਥੇ ਕਿੰਨੇ ਕੁ ਟਾਈਮ ਤੱਕ ਪਹੁੰਚਿਆ ਸੀ ਪਾਣੀ? ਇੱਥੇ ਜੀ 8-9 ਵਜੇ ਨੂੰ ਬੰਦ ਦੇ ਨਾਲ ਪਾਣੀ ਅਪੜਿਆ ਸੀ। ਪਾਣੀ ਪੜਿਆ ਸੀਗਾ। ਇਧਰ ਪਾਣੀ ਸੂਰਜਲ ਚੱਲ ਰਹੀ ਹੈ। ਕਰੇਨ ਜਿਹੜੀ ਹੈ ਜਿੰਨਾ ਪਾਣੀ ਤੇਜ਼ ਹੈ ਨਾ ਭਾਈ ਜਾਨ ਇਹ 8-9 ਵਜੇ ਪਾਣੀ ਤੇ ਆ ਸਕਦਾ ਹੈ। ਪਾਣੀ ਬੜੀ ਰਫ਼ਤਾਰ ਨਾਲ ਪਿੱਛੋਂ ਆ ਰਿਹਾ ਹੈ। ਇਹ ਕਰੇਨ ਉਦੋਂ ਪਹਿਲੂ ਟੱਪਾ ਚਾਂਦੀ ਵੀ ਤੂੰ ਇੱਧਰ ਰੱਖਦੀ ਆਂਦੀ ਤੇ ਰੌਣਾ ਕਦੇ ਨਹੀਂ ਰੌਣਾ ਕਦੇ ਪਿਛਲੇ ਤਾਂ ਵੀ ਮਰੀਆਂ ਨੇ ਰੌਣਾ ਤਾਂ ਇਦੋਂ ਮਰਨਿਆਂ ਨੇ ਪਾਣੀ ਦੀ ਬਾਹਰ ਮਤਲਬ ਤੁਹਾਡਾ ਕਹਿਣ ਦਾ ਮਤਲਬ ਕਰੇਨ ਪਰਲੇ ਥੱਲੇ ਵਾਲੀ ਸਾਈਡ ਤੇ ਜਾਵੇ ਉਧਰ ਮਿੱਟੀ ਚੁੱਕੇ। ਉੱਥੇ ਪਾਣੀ ਦਾਈਆਂ ਨੂੰ ਲਾਣੇ ਉਹਦੇ ਤੇ ਬੇਵਕੂਫੀ ਕਿਤੇ ਕਰਦੇ ਪਏ ਇਹਦੇ ਥੱਲੇ ਨਾ ਲਿਆਉਣ ਤੇ ਟੱਪੇ ਨਾਲ ਲਾਵਣ ਅੱਛਾ ਕਰੇਨ ਉਸ ਸਾਈਡ ਤੋਂ ਗਲਤ ਮਿੱਟੀ ਗਲਤ ਚੁੱਕਦੀ ਮਿੱਟੀ ਪਈ ਹੈ। ਚੱਕਦੇ ਪਏ ਜੇ ਇੱਧਰ ਵਿੱਚ ਆਵੇ ਤੇ ਕਰੇਨ ਦਾਈਆਂ ਨੂੰ ਨੀਚੇ ਪਾਣੀ ਲਾਵੇ ਦਾ ਬੰਨਾ ਹੀ ਨਿਰਾ ਬਣੀ ਹੈ ਨਾ ਉਦੋਂ ਰੌਣ ਨਹੀਂ ਮਰਦੀ ਨੀਵੀਂ ਥਾਂ ਤੋਂ ਆ ਉਹ ਉਦੋਂ ਗਲਤ ਕਿੱਥੇ ਲੱਗੀ ਖੜਿਆ ਇੱਧਰ ਵਿੱਚ ਪਾਣੀ ਹੁਣ ਇੱਕ ਟੱਪਾ ਲੈ ਦੰਦਾ ਉਸ ਪਰ ਸ਼ੋਅ ਕਰੇ ਨਾ ਉਹਨੂੰ ਵੀ ਇੱਕ ਲੈ ਆਂਦਾ ਰਹਿਣ ਵਾਸਤੇ ਉਹ ਰਹਿਣ ਵਾਸਤੇ ਤੁਹਾਡੇ ਮੁਤਾਬਕ ਇਹ ਠੀਕ ਕਰਦਾ ਪਿਆ ਕਰੇਨ ਵਾਲਾ ਗਲਤ ਕਰਦਾ ਪਿਆ? ਮਿੱਟੀ ਇਧਰੋਂ ਚੁੱਕਣੀ ਆਈ ਮਿੱਟੀ। ਮਿੱਟੀ ਜਿਹੜੀ ਬੰਦ ਹੈ ਨਾ ਉਹ ਚੁੱਕ ਕੇ ਉੱਥੇ ਰੱਖ ਰਹੇ ਨੇ। ਇਸ ਸਾਈਡ ਤੋਂ ਬੰਦ ਕਰਨਾ ਚਾਹੀਦਾ। ਭਾਈ ਵਾਲਾ ਕੇ ਮਿਸਾਲ ਲੈਤੀ ਹੈ ਰੌਣ ਬੰਦ ਕਰੀਏ ਨਾ ਉਹ ਇਸ ਸਾਈਡ ਤੋਂ ਹੁੰਦੀ ਹੈ ਅਗਲੀ ਸਾਈਡ ਕਦੇ ਵੀ ਨਹੀਂ ਹੋਈ। ਪਾਣੀ ਮਕਸਦ ਹੈਗਾ ਪਾਣੀ ਤੇ ਇਧਰੋਂ ਆ ਇੱਧਰ ਬੜਨ ਵਿੱਚ ਮਸ਼ੀਨ ਬੜੇ ਤੇ ਛੱਟੀ ਜਾਵੇ ਟਰਾਲੀਆਂ ਨਾਲ ਕਰੈਨ ਟਰਾਲੀਆਂ ਛੱਟੀ ਜੜ ਬੰਦ ਤੂੰ ਕਰੈਨ ਹੇਠਾਂ ਟੱਪਿਆ ਨਾ ਮਿੱਟੀ ਡਾਲੇ ਤਾਂ ਹੱਲ ਹੋ ਸਕਦਾ ਹੈ। ਇਤਲਾ ਕੱਚਾ ਪੱਟੀਆਂ ਦੇ ਨਾਲ ਉਧਰੋਂ ਰੌਣਾ ਨੇ ਸਾਰਾ ਪਾਣੀ ਥੱਲੇ ਚਲਾ ਜਾਣਾ ਹੈ ਹੇਠਾਂ ਮਕਾਨਾਂ ਮੇ 2 ਘੰਟੇ ਪਾਣੀ ਅੱਪੜਿਆ ਹੁੰਦਾ ਇਹਨੇ ਕੁਝ ਨਹੀਂ ਕੀਤਾ। ਅੱਗੇ ਮਹਿਕਮਾ ਬੈਠਾ ਰਿਹਾ ਕੋਈ ਕੰਮ ਉਹਨਾਂ ਨੇ ਕੀਤਾ ਐਵੇਂ ਸਕੂਨਾ ਮੁੜੇ ਉਹਨਾਂ ਡਾਹ ਦਿੱਤੇ ਬੈਠੇ ਰਹੇ ਬੋਤਲਾਂ ਪੀਂਦੇ ਰਹਿਣ ਐਸ਼ ਕਰਦੇ ਰਹਿਣ ਅਗਲੇ ਇੱਥੇ 20 ਦੇ ਪੂਰੇ 20 ਦੇ ਪੂਰੇ ਬੈਠਣ ਦੇ ਬੋਤਲਾਂ ਆਣ ਮੁਕਤੀ ਪੀਂਦੇ ਰਹਿਣ ਆਖੇ ਜੀ ਸਾਨੂੰ ਬੋਤਲਾਂ ਬਹੁਤ ਤੁਹਾਡੀ ਖਿਦਮਤ ਕਰਨੇ ਆ ਬੋਤਲਾਂ ਵੀ ਸਾਡੇ ਕੋਲ ਮੁਕਤੀ ਪੀ ਕੇ ਕੰਮ ਉਹਨੇ ਜਿਹੜੀ ਦਾ ਨਹੀਂ ਕੀਤਾ। ਤੇ ਹੁਣ ਆ ਕੇ ਕੰਮ ਹੁੰਦਾ ਕੰਮ ਹੁੰਦਾ ਪਿਆ ਤੇ ਕੰਮ ਖਰਾਬ ਹੁੰਦਾ ਪਿਆ ਤੂੰ ਪਾਰ-ਵਾਰ ਲੱਗਣ ਪੱਥਰਾਂ ਦੇ ਨਾਲ ਮਿੱਟੀ ਲਾਵਣ ਮਤਲਬ ਕਰੇਨ ਗਲਤ ਮਿੱਟੀ ਗਲਤ ਮਿੱਟੀ ਚੁੱਕਦੇ ਪਏ ਟਰਾਲੀਆਂ ਨਾ ਆਵੇ ਟਰਾਲੀਆਂ ਨਾਲ ਮਿੱਟੀ ਟਰਾਲੀਆਂ ਨਾਲ ਅਗਰ ਮਿੱਟੀ ਆਵੇ ਤਾਂ ਬਚ ਸਕਨੇ ਪਾਣੀ ਨਾਲ ਲੱਗ ਗਿਆ ਤਾਂ ਟਾਈਮ ਵੀ ਹੁਣ ਥੋੜਾ ਹੀ ਆ ਗਿਆ ਰਹਿ ਗਿਆ ਜਿਵੇਂ ਹੁਣ ਪਾਣੀ ਮਗਰੂ ਆਓ ਆਈ ਹੈਗੀ ਵੀ ਇਹਦੇ ਲੱਖ ਆਉਂਦਾ ਪਿਆ ਹੈ ਹਰੀ ਕੇ ਹੈਡ ਤੋਂ ਆਉਂਦਾ ਫਲਾਣਾ ਆਉਂਦਾ ਪਿਆ ਗੰਡਾ ਅਗਰ ਸਿੰਘ ਦੇ ਗੰਡਾ ਸਿੰਘ ਲੰਘ ਦੀ ਗਿਆ। ਕਰਾਸ ਕਰ ਆ ਜਿਵੇਂ ਵੀ ਅਗਰ ਇਹ ਪਾਣੀ ਐਵੇਂ ਆਉਂਦਾ ਹੈ ਇਹ ਭਾਵੇਂ ਹੁਣ ਲੱਗ ਵੀ ਪਾਉਂਦੇ ਨਹੀਂ ਰੋਕ ਸਕਦੇ ਮਕਸਦ ਇਹ ਗੱਲ ਕਰਨਾ। ਹਾਂਜੀ ਹਾਂਜੀ 2.5 ਲੱਖ ਇਹ ਜੀ ਜਿਸ ਤਰ੍ਹਾਂ ਪਾਣੀ ਆ ਰਿਹਾ ਇਸ ਤਰ੍ਹਾਂ ਬਹੁਤ ਨੁਕਸਾਨ ਹੋਏਗਾ ਔਰ ਹਵੇਲੀ ਕ੍ਰਾਸ ਕਰਕੇ ਅੱਗੇ ਬੁੰਗਾ ਯਾਦ ਨੂੰ ਚਲਾ ਜਾਸੀ ਮਤਲਬ ਕਾਫੀ ਰਕਬਾ ਤੇ ਸ਼ਹਿਰ ਡੁਬੋਵੇਗਾ। ਕਾਫੀ ਨੁਕਸਾਨ ਹੋ ਰਿਹਾ ਜੀ ਅੱਗੇ ਆਬਾਦੀਆਂ ਹੈਗੀਆਂ ਸ਼ਹਿਰ ਹੈਗਾ ਇਹ ਜੀ ਪਾਕ ਪਤਨ ਨੂੰ ਬੰਨ ਟੁੱਟ ਗਿਆ ਨਾ ਤੇ ਪਾਕ ਪਤਨ ਨੂੰ ਪਾਣੀ ਅਪੜੇ ਦਾ ਪਿੱਛੇ ਨਹੀਂ ਰਹਿਣਾ। ਇਹ ਟਰਾਲੀਆਂ ਨੇ ਮਿੱਟੀ ਉੱਤੇ ਸਟੀਫਾ ਡਾਂਦਾ ਵੀ ਪਾਕ ਪਤਨ ਨੂੰ ਜਾ ਪਾਣੀ ਅਪੜਾ ਸੀ। ਤੁਹਾਡਾ ਕਹਿਣਾ ਟਰਾਲੀਆਂ ਨਾਲ ਮਿੱਟੀ ਟਰਾਲੀਆਂ ਪਾਉਣੀ ਨੇ ਬਹਿ ਕਿਵੇਂ ਸਟੀਵੇ ਮਿੱਟੀ ਤਾਂ ਵਿੱਚ ਜਾਨਵਰਾਂ ਨੇ ਰਹਿਸ਼ ਕੀਤੀ ਹੈ ਸਗੋਵਾਂ ਹੋ ਗਈਆਂ ਸੱਪ ਹੋ ਗਿਆ ਨੌਲ ਹੋ ਗਏ ਸਭ ਚੀਜ਼ ਵਿੱਚ ਹੈਗੀ ਵਿੱਚ ਬਹੁਤ ਜਾਨਵਰ ਹੈਗੇ ਨੇ ਉਹਨਾਂ ਬਾਹਰ ਦਿਖਾ ਤੇ ਕਿਸਾਨ ਵੀਰ ਭਰਾਓ ਜਿਸ ਤਰੀਕੇ ਤੁਸੀਂ ਵੇਖਦੇ ਪਏ ਹੋ ਮਹਿਕਮੇ ਵਾਲੇ ਜਨਾਬ ਬੰਨ ਦੇ ਇਸ ਸਾਈਡ ਤੋਂ ਮਿੱਟੀ ਚੁੱਕਦੇ ਪਏ ਨੇ ਤੇ ਇੱਥੋਂ ਦੇ ਮਕਾਮੀ ਲੋਕਾਂ ਦਾ ਕਹਿਣਾ ਹੈ ਵੀ ਇਹਨਾਂ ਮਕਾਮੀ ਲੋਕਾਂ ਦਾ ਕਹਿਣਾ ਵੀ ਮਿੱਟੀ ਬਿਲਕੁਲ ਗਲਤ ਚੁੱਕਦੇ ਪਏ ਨੇ। ਅੱਜ ਇਸ ਤਰੀਕੇ ਤੁਸੀਂ ਵੇਖਦੇ ਪਏ ਹੋ ਬਿਲਕੁਲ ਟੱਪਾ ਰੱਖਦੀ ਜਾਂਦੀ ਹੈ ਖਾਨਾਪੁਰੀ ਹੋ ਰਹੀ ਹੈ ਇੱਥੇ ਇਸ ਖਾਨਾ ਨਹੀਂ ਇਹ ਕੋਈ ਦਾਈ ਤੇ ਕੋਈ ਨਹੀਂ ਬਰਾਮਣਾ ਯਾਰ ਫੱਡ ਮਾਂ ਨਹੀਂ ਬੰਨਾ ਪਾਉਂਦੇ ਆਉਂਦੇ ਨੇ ਮਕਸਦ ਗੱਲ ਕੋਈ ਦਾਨਾ ਮੇਨਾ ਬੰਦਾ ਸਿਆਣਾ ਵੇਖ ਕੇ ਤੁਸੀਂ ਇਹਨੂੰ ਕੋਈ ਦਾਈ ਤੇ ਕੋਈ ਨਹੀਂ ਲਾਵਣੇ ਬੰਨ ਦੇ ਉੱਤੇ ਵੀ ਜਿਹੜਾ ਇਹਦਾ ਦਿਫਾਅ ਵੀ ਕਰਦੇ ਨੇ ਬਿਲ ਇਹਦਾ ਵੇਖੋਗਾ ਪੱਥਰ ਆ ਦੇ ਬੰਦੇ ਦੇ ਡੀਕ ਤੇ ਲਿਖਦੀ ਉਹਨੇ ਵੇਖਿਆ ਮੈਂ ਤੇ ਜਿਸ ਤਰੀਕੇ ਨਜ਼ੀਰ ਭਾਈ ਦਾ ਕਹਿਣਾ ਆ ਵੇਖ ਸਕਦੇ ਹੋ ਬੰਨ ਦੇ ਉੱਤੇ ਥੋੜੀ ਮਿੱਟੀ ਸੜਦੇ ਪਏ ਨੇ ਇਹ ਮਿੱਟੀ ਕੁਝ ਨਹੀਂ ਕਰ ਸਕਦੀ ਇਹ ਤਾਂ ਦਾਈਆਂ ਦਾ ਬੰਨਾ ਉਹਨੂੰ ਵੀ ਨਹੀਂ ਰੋਕ ਨਹੀਂ ਸਕਦੀ ਰੋਕ ਸਕਦੀ ਇਹ ਤਾਂ ਫੱਡ ਬਰਾਉਂ ਦੀ ਦਾਈ ਪਨੀਰੀ ਲਾਵਣੀ ਤੇ ਇਹ ਸਾਰਾ ਪਾਣੀ ਨਾ ਹਲਕਾ ਭਰਿਆ ਜਾਣਾ ਹੈ। ਮੈਂ ਨਾ ਅਗਰ ਟਰਾਲੀਆਂ ਮਿੱਟੀ ਹੁਣ ਨਾ ਲਿਆਵਣ ਤਾਂ ਕੁਝ ਵੀ ਹੋ ਸਕਦਾ ਹੈ ਇੱਥੇ ਅਲਰਟ ਹੋ ਜਾਵਣ ਸਾਰੇ ਮਹਿਕਮੇ ਜਾਂ ਜੋ ਟਰਾਲੀਆਂ ਟੂਲੇ ਮਿੱਟੀ ਦੇ ਲਵਣ ਤਾਂ ਬੜੀ ਗੱਲ ਹੈ ਅੱਲਾਹ ਤਾਲਾ ਬਚਾ ਜਾਵੇ ਹੁਣ ਟਾਈਮ ਹੈਗਾ ਠੀਕ ਹੈ ਨਾ ਟਾਈਮ ਹੈਗਾ ਹੁਣ ਕਰ ਸਕਦੇ ਠੀਕ ਨਹੀਂ ਤਾਂ ਭਾਈਜਨ ਪਾਣੀ ਆ ਗਿਆ ਤਾਂ ਨਹੀਂ ਰੁਕ ਸਕਣਾ ਹੁਣ ਟਾਈਮ ਹੈਗਾ। ਤੇ ਸਾਨੂੰ ਡਰ ਹੈ ਵੀ 1988 ਦੀ ਤਰ੍ਹਾਂ ਇਹ ਬੰਨ ਆਪਣੇ ਆਪ ਫਿਰ ਨਾ ਟੁੱਟ ਜਾਵੇ ਤੇ ਕਈ ਇਤਿਹਾਤ ਜ਼ਰੇ ਆਬ ਆ ਜਾਵਣਗੇ। ਹਾਲਾਂਕਿ ਪੂਰਾ ਮਹੀਨਾ ਹੋਣ ਵਾਲਾ ਤੇ ਮਹਿਕਮਾ ਸੁੱਤਾ ਰਿਹਾ ਹੈ। ਜਦੋਂ ਵੇਖਾਂ ਦਾ ਖੌਫ ਪਿਆਉਂਦਾ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਜਮਾ ਉੱਤੇ ਵੇਖਿਆ ਖੌਫ ਪਿਆਉਂਦਾ ਹੁਣ ਉਹਨਾਂ ਵਿਚਾਰੇ ਬੇਲਦਾਰਾਂ ਚ ਗੱਲਾਂ ਹੈ ਉਹ ਵਿਚਾਰੇ ਚੁਗਦੇ ਪਏ ਨੇ ਉਹ ਨਾਲ ਫੌਰੀ ਹੁਕਮ ਦਿੱਤਾ ਆਰਡਰ ਦੇ ਦਿੱਤਾ ਹੈ। ਉਹਨਾਂ ਦਾ ਸ਼ਹੀਦ ਇੱਥੇ ਹੋਣਾ ਹੀ ਹੋਣਾ ਹੈ
ਸਾਫ਼ ਜ਼ਾਹਿਰ ਇਹ ਤਾਂ ਹੈ ਵੱਡਿਆਂ ਨੂੰ ਸੋਚਣਾ ਚਾਹੀਦਾ, ਕੋਈ ਮਸ਼ੀਨਾਂ ਗੱਲਣ, ਟਰਾਲੀਆਂ ਗੱਲਣ, ਕੋਈ ਚੀਜ਼ ਗੱਲਣ, ਉਹ ਵਿਚਾਰੇ ਦਿਲ ਚ ਆ ਜਾ ਤੇ ਖੱਬੇ ਬਣਾਉਂਦਾ ਕੀ ਪੱਥਰ ਹਾਲਾਂਕਿ ਆਖਣ ਸਿਰ ਵਿੱਚ ਰੱਖ ਸਣ ਹਾਲਾਂਕਿ ਉਹਨਾਂ ਦੇ ਹੱਥਾਂ ਦੀ ਨਾਲੇ ਕੰਮ ਨਹੀਂ ਹੋ ਸਕਦਾ, ਮਸ਼ੀਨਰੀ ਦਾ ਕੰਮ ਹੈ। ਬਸ ਰੋਗ ਇਹਨੇ ਵਿਚਾਰੇ ਹਟਾਈ ਬੈਠੇ ਨੇ, ਉਹਨਾਂ ਦਾ ਕੀ ਗੁਨਾਹ? ਜਿਹੜਾ ਦੋ ਮਾਣਦਾ ਵੀ ਪੱਥਰ ਚਾਹ ਦੇ ਪਈ ਕਰਦੇ ਨੇ, ਉਹ ਅੱਛਾ ਕਰੋ ਜੀ, ਗੱਲ ਹੈ। ਲੇਕਿਨ ਜੰਗ ਲੱਗੀ ਕਈ ਇਹਨਾਂ ਦੇ ਵਿੱਚ ਵੇਖੇ ਖੌਫ ਨਿਗੇ ਵੀ ਪਾਣੀ ਆ ਇਹਨਾਂ ਚ ਪਿਆ ਤੇ ਕੋਈ ਮਾਈ ਦਾ ਲਾਲ ਨਹੀਂ ਰਹਿ ਜਾਣਾ। ਇਹ 88 ਹੈ ਜੀ, ਜਦੋਂ 88 ਵਾਲਾ ਟਾਈਮ ਐਵੇਂ ਹੋਣਾ 88 ਜਿਹੜਾ ਸਲਾਬ ਆ ਸੀ ਉਦੋਂ ਕਿੱਡੀ ਕੁ ਸੁਰੰਗ ਹੈਗੀ ਹੈ ਜਾਂ ਸੁਰਾਖ ਹੈਗਾ ਸੀ? ਇੱਕ ਮਿਸਾਲ ਆਹ ਵੇਖ ਲੈ, ਆਓ ਸਾਹਮਣੇ ਆਹ ਥੱਲੇ ਵੇਖ ਲੈ, ਐਵੇਂ ਹੀ ਕੰਮ ਚੱਲਾ ਹੈ। ਉਹਨੇ ਕੀ ਕਰ ਛੱਡਾ ਹੈ? ਉਹਨੇ ਪਿੰਡਾਂ ਦੇ ਪਿੰਡ ਤਲਕੇ ਤਬਾਹ ਕਰ ਦਿੱਤੇ ਨੇ। ਇਹ ਵਿਚਾਰੇ ਜਿਹੜਾ ਮਹਿਕਮਾ ਹੈ ਉਹ ਸਿਵਲ ਵਿਚਾਰਾ ਨਿੱਕਾ ਮਹਿਕਮਾ ਹੈ, ਉਹ ਆਇਆ ਬੈਠਾ ਹੈ, ਬਾਵੇਂ ਉਹਨਾਂ ਨੂੰ ਸ਼ਹੀਦ ਕਰ ਲਾਉਣ ਤੇ ਬਾਵੇਂ ਨਾਲ ਵਿੱਚੋਂ ਚ ਲਗਾਵਣ। ਸਹੀ ਬਾਤ ਹੈ। ਵਿਚਾਰੇ ਆ ਪੱਥਰ ਚਾ ਜਾਦੇ 10 ਪੱਥਰ ਜਾਂ ਬੰਦੇ ਦੀ ਬਸ ਬੰਦੇ ਦੀ ਗਾਰੰਟੀ ਕੀ ਹੈ? ਨਜ਼ੀਰ ਭਾਈ, ਮਸ਼ੀਨਾਂ ਗੱਲਣ ਤੇ ਟਰਾਲੀਆਂ ਨਾਲ ਮਿੱਟੀ ਪਾ ਲੈਣ ਤੇ ਇਹ ਅੱਲਾਹ ਤਾਲਾ ਆਸਾਨ ਬਚਾਲ ਜਾਵੇ। ਹਾਂਜੀ मान पत्थर आवाम की गरीब करें ऐसे क्रेन ना मिट्टी सटन ते ट्राली ना मिट्टी पावन नहीं दे ट्राली में मिट्टी आवे तो सकीवे ਤੇ ਸੁੱਤੇ ਰਹਿ ਹਾਂਜੀ बांध के मिट्टी गाड़ों की ऊंचाई ਮਿੱਟੀ ਥੋੜੀ ਹੈ ਥੋੜੀ ਹੈ, ਬਿਲਕੁਲ ਥੋੜੀ ਹੈ। ਰੰਨ ਅੰਮੀਆਂ ਨੇ ਥੱਲੇ ਖਾ ਗਈ ਸਾਰੀ, ਤੇ ਜਿਹੜਾ ਮਹਿਕਮਾ ਹੈ ਇਹ ਅੱਗੇ 20-25 ਦਿਨ ਸੁੱਤਾ ਰਿਹਾ ਹੈ। ਕੋਈ ਨਜ਼ਰ ਨਹੀਂ ਆ शरबत पींदा रहे बोतलां पींदे ने बोतलां लियाओ शरबत लियाओ हां डकार मार ते खंडे डकार मार दे ਉਲਟਾ ਬਾਨ ਗਾਲੀ ਜਾਂਦੇ ਬੰਨ ਗਾਲਦੇ ਪਏ ਨੇ। ਬਾਨ ਗਾਲੀ ਜਾਂਦੇ ਨੇ। ਇਹ ਕੀ ਤਮਾਸ਼ਾ ਬਣਾ ਕਾਲੇ ਵੀ ਪਾਣੀ ਉੱਤੇ ਚੜਿਆ ਖੜਾ ਤੂੰ ਉਲਟਾ ਬਾਨ ਗਾਲੀ ਇਹ ਬੰਨ ਤੋੜਨ ਦੇ ਮੇਰਾ ਤਾਂ ਖਿਆਲ ਹੈ ਜੀ, ਲੱਗਦਾ ਤੋੜ ਸਕਦੇ ਤੋੜ ਦੇ ਮਨ ਕੋ ਚੰਗਾ ਇਹ ਇਹਨਾਂ ਦੇ ਯਾਰ ਐਵੇਂ ਵੀ ਲੱਗਦੇ ਨੇ, ਤੁਹਾਡਾ ਕਹਿਣਾ ਹੈ? ਬਾਵੇਂ ਤੋੜ ਦੇ ਯਾਰ ਇਹ ਦੇਵੇ ਜਿਹੜਾ ਬੇਲਦਾਰ ਉਹਨੇ ਮੁਸ਼ੱਕਤ ਨਹੀਂ ਲੈਂਦੇ ਸਾਈ ਵਾਰ ਉਹ ਮੁਸ਼ੱਕਤ ਵੀ ਲੈਂਦੇ ਨੇ। ਇਹ ਤਾਂ ਤੋੜਨ ਵਾਲਾ ਹਿਸਾਬ ਹੀ ਲਾਈ ਖੜਨ ਜੀ, ਜਿਵੇਂ ਕਰਦੇ ਪੈਣ ਵੀ ਪਿੱਛੋਂ ਹੁਣ ਮਿੱਟੀ ਜਿਹੜੀ ਪੱਕੀ ਉਹ ਪੱਟੀ ਆਨੇ ਆ, ਹੁਣ ਤੇ ਟਰਾਲੀਆਂ ਨਾਲ ਮਿੱਟੀ ਪੈਂਦੀ ਉੱਤੇ। ਅੱਛਾ, ਤੁਹਾਡੇ ਕਹਿਣ ਦਾ ਮਕਸਦ ਵੀ ਜਿਹੜਾ ਬੰਨ ਪੱਕੀ ਮਿੱਟੀ ਜਿਹੜੀ ਹੈ ਉਹ ਪੱਟੀ ਆਉਂਦੇ ਨੇ ਤੇ ਦੂਜੀ ਸਾਈਡ ਸੁੱਟੀਆਂ ਬੰਨ ਨੂੰ ਕਮਜ਼ੋਰ ਕਰਦੇ ਪਏ ਨੇ, ਇਹ ਕਹਿਣਾ ਹੈ ਤੁਹਾਡਾ? ਬਾਨ ਵੈਸੇ ਹੀ ਕਮਜ਼ੋਰ ਹੈ, ਅਗਰ ਇਸ ਪੱਥਰ ਤੇ ਮਾਨ ਰੱਖਣ ਨਾ ਤੇ ਕਦੇ ਵੀ ਨਹੀਂ ਕਾਮਯਾਬ ਹੋ ਸਕਦਾ। ਇਹ ਬਾਨ ਵੈਸੇ ਹੀ ਇਹ ਵੇਖੋ ਉੱਥੋਂ ਮਿੱਟੀ ਉੱਥੋਂ ਆ ਸਕਦੀ, ਇੱਥੇ ਤਾਂ ਟਰਾਲੀਆਂ ਸੱਟਣ ਉੱਥੋਂ ਬੰਦ ਨਹੀਂ ਤਾਕ ਸਕਦਾ, ਉਹ ਉੱਥੋਂ ਮਿੱਟੀ ਠੋਕਣ ਉੱਤੇ। ਇਹ ਪੂਰੀ ਦੁਨੀਆ ਦੇ ਵੇਂਦੀ ਹੈ ਬੰਨ ਕਾਮਯਾਬ ਨਹੀਂ ਹੋ ਸਕਦਾ। ਅਗਰ ਇਸ ਪੱਥਰ ਤੇ ਮਾਨ ਰੱਖਣ ਨਾ ਤੇ ਇਹ ਵੇਲੇ ਤੁਸੀਂ ਧਮਾਕਾ ਹੋ ਜਾਸੀ। ਕਿੱਥੋਂ ਮਿੱਟੀ ਲਿਆਵਣ? ਸਾਹਮਣੇ ਚ ਲਿਆ ਸਕਦੇ ਨੇ, ਕਿਧਰੋਂ ਵੀ ਲਿਆ ਸਕਦੇ ਉਹ ਸਾਹਮਣੇ ਮਿੱਟੀ ਹੈ ਇਹਨਾਂ ਕੋਲ, ਜਗ੍ਹਾ ਹੈਗੀ ਹੈ, ਲੇਕਿਨ ਇਹਨਾਂ ਨੇ ਟਰਾਲੀਆਂ ਦਾ ਇਸਤੇਮਾਲ ਮਤਲਬ ਬਚਤ ਕਰਦੇ ਪਏ ਨੇ। ਹਾਂ ਬਜਟ ਦੀ ਹੁਣ ਵੈਸੇ ਨਿਗਰਾਨ ਬਹਿ ਗਈ, ਅੱਲਾ ਦੇ ਸਪੁਰਦ ਹੀ ਹੈ ਮੈਦਾਨ। ਮੋਦੀ ਬਜਟ ਦਿੱਤਾ ਹੈ ਉਹ ਬਚਤ ਕਰਨਾ। ਹਾਂ ਉਹਦਾ ਵੀ ਕੋਈ ਗੁਨਾਹ, ਉਹ ਕੱਲ ਆਇਆ ਸੀ, ਮੈਂ ਤਾਂ ਕੱਲ ਲਾਇਆ। ਉਹਦਾ ਤਾਂ ਗੁਨਾਹ ਉਹ ਹੀ ਕੋਈ ਖਾਵੇ ਖੁਦਾ ਖਾਵਣ, ਇੱਥੇ ਮਿੱਟੀ ਆਮ ਕਰ ਲੈਣਾਗਾ ਅੱਲਾਹ ਤਾਲਾ ਬਿਹਤਰ। ਇਹ ਸਾਰੇ ਲੋਕਾਂ ਦੇ ਸਾਹਮਣੇ ਘਰ ਹੈਗੇ ਨੇ ਜੀ, ਸਾਹਮਣੇ, ਤੇ ਹਰ ਇੱਕ ਨੂੰ ਆਪਣੇ ਆਪਣੇ ਘਰਾਂ ਦੀ ਫਿਕਰ ਹੈਗੀ ਹੈ ਵੀ ਇਹ ਯਾਰ ਟੁੱਟਾ ਤੇ ਸਿੱਧਾ ਇਹ ਤਾਂ ਗਏ ਅੱਲਾ ਦੇ ਸਪੁਰਦ ਹੈ। ਇਹਦੇ ਨਾਲ ਹੋ ਗਿਆ ਪਾਣੀ ਦੀ ਆਵਾਜ਼ ਹੈ। ਆ ਹੁਣ ਅੱਲਾ ਕੀਤਾ ਕਰੇਨ ਆ ਗਈ ਹੈ ਤੇ 30-40 ਬੇਲਦਾਰ ਆ ਗਏ, ਉਹ ਪੱਥਰ पे डाल ਕਰੇਨ ਉਹ ਟੱਪੇ पे ਸੱਟਦੀ ਹੈ। ਪੱਥਰ ਬੇਲਦਾਰ ਵਿਚਾਰਾ ਕਿਹੜਾ ਚਾਂਦ ਦੇ ਚਾਹੁੰਦਾ, ਬਾਕੀ ਨਹੀਂ ਚਾਹੁੰਦਾ ਨਾ ਤੂੰ ਕੀ ਕਰਨ। ਤੇ ਆਓ ਇੱਕ ਵਾਰੀ ਫਿਰ ਤੁਹਾਨੂੰ ਵਿਖਾਈਏ ਜੀ ਕਰੇਨ ਦੀ ਪੋਜੀਸ਼ਨ ਤੇ ਇਹ ਦੱਸਦੇ ਪਏ ਨੇ, ਇਹਨਾਂ ਲੋਕਾਂ ਦਾ ਕਹਿਣਾ ਹੈ ਵੀ ਜਿਹੜੀ ਕਰੇਨ ਹੈਗੀ ਹੈ ਬੰਨ ਦੇ ਨਾਲੋਂ ਮਿੱਟੀ ਚੁੱਕੀ ਜਾਂਦੀ ਹੈ, ਬੰਨ ਨੂੰ ਕਮਜ਼ੋਰ ਕਰਦੀ ਪਈ, ਨਾ ਕਿ ਬੰਨ ਨੂੰ ਤਕੜਾ ਕਰਦੀ ਪਈ। ਆ ਚੈੱਕ ਕਰ ਲਓ, ਹਾਲਾਂਕਿ ਸਾਹਮਣੇ ਕਾਫੀ ਜਗ੍ਹਾ ਤੇ ਜ਼ਮੀਨ ਖਾਲੀ ਪਈ ਹੈ, ਉੱਥੋਂ ਟਰਾਲੀਆਂ ਨਾਲ ਮਿੱਟੀ ਲਿਆ ਸਕਦੇ ਨੇ, ਲੇਕਿਨ ਇਹ ਬੰਨ ਨੂੰ ਕਮਜ਼ੋਰ ਕਰਦੇ ਪਏ ਨੇ। ਸਾਰੇ ਲੋਕਾਂ ਦਾ ਇਹ ਕਹਿਣਾ ਹੈਗਾ ਵੀ ਇੱਥੋਂ ਦਿਆਂ ਦਾ ਵੀ ਬੰਨ ਨੂੰ ਕਮਜ਼ੋਰ ਕਰਦੇ ਪਏ ਨੇ। ਆਹ ਦੇਖ ਲਓ, ਇਹ ਉਲਟਾ ਮਤਲਬ ਉਹ ਕਹਿੰਦੇ ਨੇ ਵੀ ਨੀਵਾਂ ਹੋ ਗਿਆ ਤਾਂ ਰਜਵਾ ਦਾ ਪਾਣੀ ਇੱਧਰ ਜਾ ਸਕਦਾ। ਤੇ ਆਹ ਵੇਖ ਲਓ ਜੀ, ਹੁਣ ਇਹ ਬੰਨਾ ਇਹ ਕਿਸ ਤਰੀਕੇ ਬੰਨ ਰੋਕ ਸਕਦਾ? ਅਗਰ ਥੱਲੇ ਵਾਲੇ ਪਾਸੇ ਰੌਂਡ ਹੋਵੇਗੀ ਤੇ ਬੰਨ ਕਿਵੇਂ ਰੋਕ ਸਕਦਾ ਹੈ? पानी साड़ी आवाज तुम पहुंचाओ। लोग यही कहते हैं अभी तक कोई मसला नहीं है। नहीं जी मसला बड़ा है, मसला तो पहले भी 4 मुंडे से डूब चुके हैं। मियाँ साहब आ जाओ। मियाँ अफजल साहब यहाँ के मशहूर सोशल भी हैं माशाल्लाह, और इस इलाके में काम भी कर रहे हैं, और अभी भी इधर से हो गया। मियाँ साहब की सूरत हाल है? ਭਾਈਜਾਨ ਬਿਲਕੁਲ ਬੰਨ ਦੀ ਹਾਲਤ ਖਸਤਾ ਹੈਗੀ ਹੈ। 1988 ਵਿੱਚ ਇੱਥੋਂ ਨਾ ਛੋਟੀ ਜਿਹੀ ਰੌਣ ਪਈ ਹੈ ਤੇ ਇਹ ਬੰਨ ਟੁੱਟ ਗਿਆ ਸੀ, ਕਾਬੂ ਨਹੀਂ ਆਇਆ ਸੀ। ਤੇ ਹੁਣ ਜਿਹੜੀ ਮੌਜੂਦਾ ਪੋਜੀਸ਼ਨ ਹੈ ਉਸ ਨਾਲੋਂ ਖਤਰਨਾਕ ਹੈ। ਤੇ ਕਰੇਨ ਲੱਗੀ ਹੋਈ ਹੈ, ਬੇਲਦਾਰ ਲੱਗੇ ਹੋਏ ਨੇ, ਭਾਰੀ ਭਾਰੀ ਪੱਥਰ ਨੂੰ ਜਿਹੜੇ ਉਹਨਾਂ ਤੋਂ ਉਠਾਏ ਨਹੀਂ ਜਾ ਰਹੇ।
ਕ੍ਰੇਨ ਬਿਲਕੁਲ ਗਲਤ ਸਾਈਡ ਤੋਂ ਮੱਟੀ ਚੁੱਕਦੀ ਪਈ। ਜਦੋਂ ਮੱਟੀ ਪੱਕੀ ਸਾਈਡ ਤੇ ਇਹਨਾਂ ਨੂੰ ਮੱਟੀ ਚੁੱਕਣੀ ਚਾਹੀਦੀ ਬੰਦ ਦੇ ਥੱਲੇ ਵਾਲੇ ਪਾਸੋਂ, ਜਾਂ ਥੋੜਾ ਜਿਹਾ ਤੁਸੀਂ ਅੱਗੇ ਵੇਖੋਗੇ ਕਾਫੀ ਰਕਬਾ ਖਾਲੀ ਪਿਆ, ਉਹ ਤੋਂ ਟਰਾਲੀਆਂ ਦੇ ਜ਼ਰੀਏ ਮੱਟੀ ਲਿਆਉਂਦੇ ਤੇ ਇਸ ਬੰਦ ਨਾਲ ਲਾਈ ਜਾਂਦੀ, ਫਿਰ ਇਹ ਬੰਦ ਹੋਣਾ ਸੀ ਮਜ਼ਬੂਤ। ਲੇਕਿਨ ਕਮ ਸੇ ਕਮ ਇਸ ਪਾਣੀ ਨੂੰ ਆਏ ਨੂੰ ਮਹੀਨਾ ਹੋਣ ਵਾਲਾ ਹੈ। ਇਸ ਬੰਦ ਤੇ ਅਸੀਂ ਵਿਜ਼ਿਟ ਕੀਤੇ ਨੇ, ਬੇਲਦਾਰ ਜਿਹੜਾ ਵੀ ਅਮਲਾ ਹੈਗਾ ਉਹ ਸਾਰੇ ਆਰਾਮ ਨਾਲ ਬੈਠੇ ਹੁੰਦੇ ਸਨ ਤੇ ਉਹਨਾਂ ਦੇ ਕਈਆਂ ਨੂੰ ਜ਼ੰਗ ਲੱਗਿਆ ਹੋਇਆ ਸੀ। ਅਸਾਂ ਉਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਕੰਮ ਕਿਉਂ ਨਹੀਂ ਕਰਦੇ ਨੇ? ਉਹਨਾਂ ਕਿਹਾ ਸਾਨੂੰ ਆਰਡਰ ਹੀ ਇੰਨਾ ਵੀ ਅਸੀਂ ਇੱਥੇ ਕੈਂਪ ਲਾ ਕੇ ਬਹਿਣਾ ਹੈ। ਲੇਕਿਨ ਅੱਜ ਸਾਨੂੰ ਨਜ਼ਰ ਆਏ ਨੇ, ਕ੍ਰੇਨ ਵੀ ਨਜ਼ਰ ਆਈ ਹੈ ਤੇ ਬੇਲਦਾਰ ਵੀ ਨਜ਼ਰ ਆਏ ਨੇ। ਲੇਕਿਨ ਜਿੰਨੇ ਵੀ ਮਕਾਮੀ ਹਜ਼ਰਾਤ ਹੈਗੇ ਨੇ ਇੱਥੋਂ ਦੇ ਰਹਿਣ ਵਾਲੇ ਲੋਕ, ਉਹ ਕਹਿੰਦੇ ਨੇ ਵੀ ਇਹ ਗਲਤਾਂ ਦੀ ਸਾਈਡ ਤੋਂ ਮੱਟੀ ਚੁੱਕਦੇ ਪਏ ਨੇ, ਇਹਦੇ ਨਾਲ ਇਹਨੇ ਕਵਰ ਕੋਈ ਨਹੀਂ ਹੋਣਾ, ਕਿਉਂਕਿ ਕਾਫੀ ਥੱਲੇ ਨਾ ਵੱਡੇ ਵੱਡੇ ਸੁਰਾਖ ਹੈਗੇ, ਇਹ ਬੰਦ ਨਹੀਂ ਹੋ ਸਕਦੇ। ਲਿਹਾਜ਼ਾ ਜ਼ਿਆਦਾ ਜ਼ਿਆਦਾ ਇਹਦੇ ਵਾਸਤੇ ਕ੍ਰੇਨਾਂ ਦਾ ਬੰਦਾ ਸਿੱਧਾ ਪਰ ਉਹ ਚਾਹਤੇ ਨਾ ਪੱਥਰਾਂ ਮਿੱਟੀ ਹਾਂਜੀ ਹਾਂਜੀ ਬੋਲੋ। ਇਹ ਮਿੱਟੀ ਪੱਥਰਾਂ ਸੱਟਣ ਦਾ ਹੱਕ ਤੇ ਹੈ ਕਿ ਉੱਤੇ ਨਾ ਪਾਣੀ ਵੀ ਆਉਂਦਾ ਹੈ। ਮਤਲਬ ਇਹ ਨਹੀਂ ਰੋਕ ਸਕਦਾ। ਇਹ ਪਾਣੀ ਖਰਾਬ ਪੇ ਕਰਦੇ ਨੇ ਉਲਟਾ ਤੁਸੀਂ ਜੀ, ਅਗਰ ਨਿਗਾਹ ਦਾ ਮਾਰਾ ਵੀ ਹੋਏ ਤਾਂ ਚਾਹ ਤਾਂ ਉੱਤੇ ਪਰ ਰੱਖ ਦੇਣੇ। ਅੱਛਾ ਛੋਟਾ ਭਾਈ, ਅਸੀਂ ਬੰਦ ਨਹੀਂ ਖਰਾਬ ਕਰਦੇ ਪਏ, ਅਸੀਂ ਤਾਂ ਇਹਨਾਂ ਦੀ ਵੀਡੀਓ ਯਾਰ ਬਣਾਉਂਦੇ ਉਹ ਪਏ। ਹਕੂਮਤ ਵਾਲੇ ਖਰਾਬ ਕਰਦੇ ਪਏ ਨੇ, ਜਿਹੜੇ ਲੱਗੇ ਖੜਨ ਬੇਲਦਾਰ। ਅਸੀਂ ਤਾਂ ਤੁਹਾਡੀ ਆਵਾਜ਼ ਹੈ ਪਹੁੰਚਾਉਂਦੇ ਪਏ ਆਪਣਾ ਵੀਰ ਭਰਾਵਾਂ ਤੱਕ। ਜਾਨ ਤਾਂ ਡੋਬਣ ਪਿਆ ਗਰੀਬ ਕਿਉਂ ਅੱਗੇ ਬੈਠਣ ਬੰਨ ਤੋੜੀ ਆਉਂਦੇ ਨੂੰ। ਅਸੀਂ ਅੱਗੇ ਵੀ ਇੱਕ ਮਹੀਨਾ ਕੋ ਹੋ ਗਿਆ, ਅੱਗੇ ਵੀ ਆਏ, ਮਹੀਨਾ ਪੂਰਾ ਹੋ ਗਿਆ। ਅੱਜ ਤੱਕ ਤੰਬੂ ਲਗਾਗਾ, ਜਿਵੇਂ ਉਹ ਸਾਈਕਲ ਗਰਾਊਂਡ ਨਹੀਂ ਚੱਲਦਾ, ਉਹ ਗਰਾਊਂਡ ਐਵੇਂ ਚੱਲਾ ਖਾਏ, ਇੱਕ ਦੋ ਬੰਦੇ ਬੈਠੇ ਉਹਨਾਂ ਮਸਤੀ, ਉਹਨਾਂ ਹਜ਼ਾਰਾਂ ਅਸੀਂ ਬੰਨ ਦੀ ਪਾਰੂ ਆਏ ਬੈਠੇ, ਸਾਨੂੰ ਨਾ ਪਾਇਆ। ਅੱਜ ਵੀ ਉਹ ਗੱਲ ਹੈ, ਉਹ ਤੰਬੂ ਜਾਂਦਾ ਨਾ ਕਰੇਨ ਹੁਣ ਆ ਗਈ, ਪੱਥਰ ਨੰਗਾ ਕੀਤਾ ਵਿੱਚੋਂ ਕਿੱਥੇ ਬੰਦੇ ਐਵੇਂ ਬਾਜ ਚ ਲੱਗ ਜਾਵਾਂ। ਜਾਂ ਵੇਖ ਲਓ ਉੱਤੇ ਕੈਮਰੇ ਚੱਲੇ ਗਏ ਨੇ। ਅੱਜ ਹੁਣ ਉਹ ਕਹਿ ਰਹੇ ਨੇ ਕਾਈ ਖੁਦਾ ਟੱਪੇ ਸੱਟੀ ਖੜੀ ਹੈ, ਉਹ ਦਾਈ ਦੀ ਭਰਾਉ ਨੇ ਬੰਦ ਉੱਤੇ ਰਫੱਡ ਮਾਰੂ ਨੇ। ਆ ਬੇਲਦਾਰ ਵਿਚਾਰੇ ਮਰਦੇ ਪਏ, ਉਹਨਾਂ ਦਾ ਪੱਥਰ ਸੱਟ ਉੱਤੇ ਪਏ ਨੇ। ਇਹ ਅੱਜ ਵਿਚਾਰੇ ਉਹ ਤਾਂ ਖੱਪ ਜਾਸਣ, ਪਾਣੀ ਆ ਨਾ ਲੱਗਾ घंटे बाद पानी ਕਿਤੇ ਗੱਲ ਜਾ ਖੋਣੀ। घंटे बाद पानी पहुंच रही है, 1 किलोमीटर दूर पानी पहुंचा है और पानी का रेला बड़ा सख्त रेला है, बड़ा तेज है और कम से कम 10 to 15 फुट पानी आ रही है। ਅੱਲਾਹ ਤਾਲਾ और ਮਾਰ 1 घंटे या 2 घंटे बाद पानी टच हो जाना है ਤੇ ਹਵੇਲੀ ਲੱਖਾ ਸ਼ਹਿਰ ਨੂੰ ਪਾਣੀ ਪਹੁੰਚ ਜਾਣਾ ਹੈ। ਹਵੇਲੀ ਲੱਖਾ ਕੇ ਜਾਂ ਤੇ ਕੇ ਹਵੇਲੀ ਲੱਖਾ ਅੱਗੇ ਆ ਜਾਣਾ, ਤੂੰ ਹਵੇਲੀ ਲੱਖੇ ਲਾਉਣਾ ਜਿਵੇਂ ਅੱਗੇ ਬਾਗ ਬਣ ਰਹੇ, ਬੂੜਾ ਵਿਹਾਰੀ ਹੁੰਦੀ ਜਾਣੀ, ਬੂੜਾ ਵਿਹਾਰੀ ਹੁੰਦੀ ਜਾਂਦੀ ਬਾਗ ਹਵੇਲੀ ਨੂੰ ਤੇ ਦੋਸਤੋ, ਜਿਸ ਤਰੀਕੇ ਇੱਥੋਂ ਦੇ ਮਕਾਮੀ ਲੋਕਾਂ ਦਾ ਵੀ ਕਹਿਣਾ ਹੈ ਵੀ ਬੰਨ ਨੂੰ ਪੱਕਾ ਕਰਨ ਦੇ ਬਜਾਏ ਤਕੜਾ ਕਰਨ ਦੇ ਬਜਾਏ ਕਮਜ਼ੋਰ ਕੀਤਾ ਜਾਂਦਾ ਪਿਆ ਤੇ ਪਾਣੀ ਹੁਣ ਸਿਰ ਤੇ ਆ ਗਿਆ। ਤਕਰੀਬਨ 1 ਕਿਲੋਮੀਟਰ ਦੇ ਫਾਸਲੇ ਤੇ ਪਾਣੀ ਦਾ ਰੇਲਾ ਮੌਜੂਦ ਹੈ ਤੇ ਤਕਰੀਬਨ 2,53,800 ਜਾਂ 700 ਕਿਊਸਕ ਪਾਣੀ ਦਾ ਰੇਲਾ ਹੈ ਤੇ ਬਹੁਤ ਵੱਡਾ ਰੇਲਾ ਆਉਂਦਾ ਪਿਆ 1988 ਤੋਂ ਬਾਅਦ। ਤੇ ਸਾਨੂੰ ਹੁਣ ਇਹ ਸਾਡੀ ਤਰਫੋਂ ਪੈਗਾਮ ਹੈ, ਜਿਹੜੇ ਲੋਕ ਸਾਡੀ ਵੀਡੀਓ ਵੇਖਦੇ ਪਏ ਨੇ, ਜਿਹੜੇ ਬੰਦ ਦੇ ਨੇੜੇ ਜਾਂ ਦਰਿਆ ਦੇ ਨਜ਼ਦੀਕ ਹੈਗੇ ਨੇ, ਉਹ ਆਪਣੀਆਂ ਜਾਨਾਂ ਆਪਣਾ ਸਮਾਨ ਕੱਢ ਕੇ ਮਹਿਫੂਜ਼ ਮਕਾਮਾਤ ਵਾਲੀ ਸਾਈਡ ਤੇ ਨਿਕਲ ਜਾਣ। ਇਹ ਸਾਡੀ ਤਰਫੋਂ ਨਾਲੇ ਅੱਲਾਹ ਤਾਲਾ ਕਿਹੜਾ ਨਾ ਵਾਰਨਿੰਗ ਹੈ ਉਹਨਾਂ ਨੂੰ। कैमरा चेक कर लो, लोग अपनी तहत आप मदद करते पे ਨਾਲੇ ਅੱਲਾਹ ਤਾਲਾ ਵੇਖ ਲੈ, ਮਦਦ ਆਲੀ ਚ ਬੜਾ ਕੁਝ ਹੋ ਸਕਦਾ ਹੈ, ਆਲੀ ਬੜਾ ਦਿਫਾ ਹੋ ਸਕਦਾ ਹੈ ਅਗਰ ਕੀਤਾ ਜਾਵੇ ਤਾਂ। ਆਲੀ ਬੜਾ ਦਿਫਾ ਹੋ ਸਕਦਾ ਕੋਈ ਕੀਤਾ ਜਾਵੇ ਤਾਂ। ਆਲੀ ਟਾਈਮ ਹੈ, ਮਸ਼ੀਨਰੀ ਹੈ, ਕਰੇਨਾ ਹੈ, ਟਰਾਲੀਆਂ ਹਨ, ਇੱਥੇ ਇੱਕ ਵਾਰੀ घंटा चलावन ਤੇ ਬੰਨ कवर हो सकता है। आज हम यहाँ पर पहुँचे हैं तो 2 अहबाब की वजह से पहुँचे हैं इस इलाके में, और एक मियाँ इम्तियाज़ भट्टू साहब और उनके भाई हैं बड़े मियाँ अफजल भट्टू साहब। और माशाल्लाह ये दोनों ये सोशल एक्टिविस्ट भी हैं और डिजिटल मीडिया के बड़े गुरु हैं जी। अल्हम्दुलिल्लाह अल्लाह पाक ने इनको बड़ी इज़्ज़तें दी हैं और डिजिटल किसान के नाम से इनका एक बहुत ज़बरदस्त चैनल है, और यलमाज़ इम्तियाज़ के नाम से इनका भी चैनल है। और जितनी भी अपडेट जा रही हैं वो इन दोनों चैनल से जा रही हैं सोशल मीडिया पर, इस इलाके के हवाले से। तो आज हम इनके पास आए हैं और इस इलाके का हमने विज़िट किया है। इंशाल्लाह हम यहाँ पर रिलीफ का काम भी करेंगे और इंशाल्लाह हम पूरी अपनी जो टीम है उसके साथ इंशाल्लाह यहाँ पर आएंगे, क्योंकि हमें अंदाज़ा करना था कौन कौन से इलाके कहाँ पर है और किस तरह हम उनकी खिदमत कर सकते हैं। मियाँ साहब आप क्या फरमाते हैं? बस मैंने तो सिर्फ पैगाम ही देना था खासकर आवाम के लिए, क्योंकि हुकूमत इंतजामिया ने भी वार्निंग दे दी है, AC DC सारा भी जितने भी इलाके है दरिया के विच है या साइड ते है जिते खतरा है पानी का, उन्होंने मसाजिद ऐलान करवाया भी अपनियां जाना अपना माल समान लैके महफूज मकामात वाली साइड ते निकल जाओ। तो साडा भी यही मकसद है, यही पैगाम है, वो अपने आप को महफूज जगह ते मुंतकिल कर लवन ते क्योंकि पानी काफ़ी ज़्यादा रिला आंदा 1988 के बाद। अल्लाह जी मियाँ साहब ਜੀ ਮੈਂ ਤੇ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਸੋਸ਼ਲ ਵਰਕਰ ਜੋ ਹੈ ਹਾਂਜੀ, ਰਿਲੀਫ ਪਹਿਲੇ ਅਸੀਂ ਰਿਲੀਫ ਦਾ ਕੰਮ ਕਰ ਰਹੇ ਹਾਂ ਸੈਲਫ ਹੈਲਪ ਬੇਸਿਸ ਦੇ ਦੋਸਤਾਂ ਦੀ ਮਦਦ ਨਾਲ, ਲੇਕਿਨ ਜੀ ਹੁਣ ਜਿਸ ਪੈਮਾਨੇ ਤੇ ਸਿਚੁਏਸ਼ਨ ਹੈ ਜਾ ਰਹੀ ਹੈ ਨਾ ਜੀ, ਜ਼ਾਹਿਰ ਹੈ ਫੈਕਟਰੀਜ਼ ਵਧਣਗੇ, ਪਿੰਡ ਜ਼ਿਆਦਾ ਜ਼ੇਰੇ ਆਬਨ, ਸਾਰੇ ਜੀ ਨਾ ਪਲੀਜ਼ ਬਾਹਰ ਨਿਕਲੋ,
ਇਹਨਾਂ ਲੋਕਾਂ ਲਈ ਕੰਮ ਕਰੋ। ਹੁਣ ਜੋ ਹੋ ਰਿਹਾ ਜਿਵੇਂ ਬੰਨ ਮਜ਼ਬੂਤ ਕਰ, ਅੱਲਾ ਕਰੇ ਜੀ ਨੌਬਤ ਨਾ ਆਵੇ, ਲੇਕਿਨ ਜੀ ਲੋੜ ਹੈ ਕਿ ਹੁਣ ਜੋ ਲੋग ਮੁਤਾਸਰ ਹੋ ਰਹੇ ਨੇ ਉਹਨਾਂ ਨੂੰ ਅਸੀਂ ਰਿਲੀਫ ਪਹੁੰਚਾਈਏ जी, ये मेरी रिक्वेस्ट है। बिल्कुल जी। मौका है जी। अभी ज़रूरत है उन लोगों के लिए, अभी जो यहाँ से घरों से निकल रहे हैं, जो अपने घर बार छोड़ के आ रहे हैं, उनके लिए रिलीफ का काम करना चाहिए। अब दोस्त पूछें रिलीफ का काम क्या कैसे होता है? रिलीफ का काम ये होता है कि सबसे पहले जहाँ वो बैठ रहे हैं, जहाँ वो कैंप उनके लग रहे हैं, उनके लिए खाने का एहतमाम किया जाए। और वो ये 2-4 दिन जब उनके लिए खाने का एहतमाम करें, फिर उनके लिए राशन का दूसरी चीज़ों का एहतमाम करते हैं। तो इंशाअल्लाह रहमान हम अपना बेस कैंप भी 1-2 दिन में अनाउंस कर देंगे कि हमारा बेस कैंप कौन सा है, और वहीं पे इंशाअल्लाह बका सारे लोगों के लिए खाना भी तैयार होगा। और बाकी तंजीमों से भी गुजारिश है कि वो आएँ, यहाँ पर देखें और हालात देखें लोगों के। ये लोग मजदूर तबका लोग हैं और मेहनत मजदूरी करने वाले लोग हैं, मुसीबत में पड़ गए, तो आए इस मुसीबत में तकलीफ में अपने भाइयों का अच्छा साथ दें। बस भी एक जी मैं होर पैगाम देना चाहांगा। कुछ लोग कहते हैं जी ये बड़ी ग्रीन लैंड है डिस्ट्रिक्ट उकाड़ा, ਇੱਥੇ ਜੀ ਬੜੇ ਵੱਡੇ ਜ਼ਿਮੀਂਦਾਰ ਹਨ ਜੀ। ਗੁਜ਼ਾਰਿਸ਼ ਇਹ ਹੈ ਕਿ ਅਗਰ ਇੱਕ ਬੰਦਾ 100 ਕਿੱਲੇ ਦਾ ਵੀ ਮਾਲਕ ਹੈ ਨਾ ਜੀ, ਜਦੋਂ ਉਹਦੀ ਫਸਲ ਡੁੱਬ ਗਈ ਉਹ ਗਰੀਬ वो गरीब हो गए, बिल्कुल गरीब हो गए ऐसे- जी। ऐसे। बस जी यही सूरत हाल है कि आप यहाँ पर मैंने देखा है 5-5 हज़ार एकड़ एक गांव दो गाँव की ज़मीन जो है 5-5 हज़ार एकड़ जो है वो तबाह हुई है, ख़त्म हुई है, यानी कि फसलें तैयार करी थी ख़त्म हो गई। तो इसलिए ये जब सैलाब आ जाए तो फिर ये नहीं होता कि वो उसका घर बड़ा है उसका छोटा है, वो सारे बराबर ही हो जाते हैं। ਤੇ ਦੋਸਤੋ ਹੈਡ ਸੁਲੇਮਾਨ ਕੀ ਤੇ 71922 ਆਮਦ ਹੈਗੀ ਹੈ ਪਾਣੀ ਦੀ, ਤੇ ਅਖਰਾਜ 58256 ਤੇ ਲਮਾ ਬਲਮਾ ਸੂਰਤ-ਹਾਲ ਤਬਦੀਲ ਹੁੰਦੀ ਜਾਂਦੀ ਤੇ ਪਾਣੀ ਦੇ ਵਿੱਚ ਇਜ਼ਾਫਾ ਹੁੰਦਾ ਜਾਂਦਾ ਹੈ, ਜਿਹੜਾ ਸਾਡੇ ਵਾਸਤੇ ਬਿਲਕੁਲ ਖਤਰੇ ਦੀ ਨਿਸ਼ਾਨ ਹੈ ਤੇ ਖਤਰੇ ਦੀ ਅਲਾਮਤ ਹੈ। ਤੇ ਇਹ ਸਾਰੇ ਇੱਥੋਂ ਦੇ ਮਕਾਮੀ ਲੋਕ ਨੇ ਤੇ ਇਹਨਾਂ ਸਾਰਿਆਂ ਨੂੰ ਆਪਣੇ ਘਰਾਂ ਦੀ ਫਿਕਰ ਹੈ। ਸਾਹਮਣੇ ਉਹਨਾਂ ਦੇ ਘਰ ਹੈਗੇ ਨੇ ਤੇ ਪੱਕੀ ਜਗ੍ਹਾ ਤੋਂ ਮਿੱਟੀ ਚੁੱਕ ਕੇ ਤੇ ਸਲਾਬ ਵਾਲੀ ਸਾਈਡ ਤੇ ਸੁੱਟਦੇ ਪਏ। ਇਹਨਾਂ ਨੂੰ ਟਰਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਜਾਂ ਫਿਰ ਖਾਲੀ ਜਗ੍ਹਾ ਜਿੱਥੇ ਪਈ ਉੱਥੋਂ ਮਿੱਟੀ ਚੁੱਕ ਕੇ ਲਿਆਉਣੀ ਚਾਹੀਦੀ ਹੈ। ਤੇ ਇਹ ਹੈਗੀ ਸੀ ਅੱਜ ਦੀ ਰਿਪੋਰਟ, ਤੇ ਕੱਲ ਫਿਰ ਸਵੇਰ ਤੁਹਾਡੇ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।